ਤੇ ਫਿਲਹਾਲ ਹੁਣ ਪ੍ਰੋਕਿਉਰਮੈਂਟ ਪੰਜਾਬ ਦੀ ਮੰਡੀਆਂ ਦੇ ਵਿੱਚ ਜਾਰੀ ਹੈ। ਸਾਡੇ ਨਾਲ ਕੈਬਨਿਟ ਮਿਨਿਸਟਰ ਭਰਤ ਭੂਸ਼ਣ ਨੇ। ਭਰਤ ਭੂਸ਼ਣ ਜੀ, ਕਿੰਨੀ ਪ੍ਰੋਕਿਉਰਮੈਂਟ ਹੁਣ ਤੱਕ ਹੋ ਚੁੱਕੀ ਹੈ ਤੇ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੰਡੀਆਂ ਦੇ ਵਿੱਚ ਸਾਰੇ ਇੰਤਜ਼ਾਮ ਹੈ, ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ? ਬਿਲਕੁਲ 10 ਤਰੀਕ ਨੂੰ ਪ੍ਰੋਕਿਉਰਮੈਂਟ ਸ਼ੁਰੂ ਕੀਤੀ ਗਈ ਸੀ। 10 ਤਰੀਕ ਸ਼ਾਮ ਨੂੰ ਸਭ ਤੋਂ ਪਹਿਲੀ ਬੋਲੀ ਲੱਗੀ ਸੀ ਤੇ ਅੱਜ ਚੌਥਾ ਪੰਜਵਾਂ ਦਿਨ ਹੈ। 13 ਲੱਖ ਮੀਟ੍ਰਿਕ ਟਨ ਦੇ ਕਰੀਬ ਫਸਲ ਮਾਰਕੀਟ 'ਚ ਮੰਡੀਆਂ 'ਚ ਆ ਚੁੱਕੀ ਹੈ ਤੇ ਅਸੀਂ ਉਹਦੇ ਵਿੱਚੋਂ 10 ਲੱਖ ਮੀਟ੍ਰਿਕ ਟਨ ਤੋਂ ਉੱਪਰ ਖਰੀਦ ਕਰ ਚੁੱਕੇ ਹਾਂ। ਸਾਡੀਆਂ ਸਾਰੀਆਂ ਏਜੰਸੀਜ਼ ਉਹਨਾਂ ਨੂੰ ਖਰੀਦ ਕਰ ਚੁੱਕੀਆਂ। ਲਿਫਟਿੰਗ ਵੀ ਸਾਡੀ ਸ਼ੁਰੂ ਹੋ ਗਈ ਹੈ। ਤਕਰੀਬਨ 1.5 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਸ਼ੁਰੂ ਹੋ ਗਈ। ਅੱਜ ਉਹਦਾ ਪੇਸ ਵੀ बढ़ ਜਾਏਗਾ ਤੇ ਮੇਰਾ ਖਿਆਲ ਕਿਤੇ ਕੋਈ ਕਿਸੇ ਵੀ ਜਗ੍ਹਾ 'ਤੇ ਕੋਈ ਪ੍ਰੋਬਲਮ ਨਹੀਂ। ਹਾਂ, ਥੋੜ੍ਹੇ ਵਹਿਮ, ਥੋੜ੍ਹੇ ਖਦਸ਼ੇ ਜ਼ਰੂਰ ਨੇ ਬਈ ਕਿਤੇ ਕਿਤੇ ਇਹ ਸੁਣਨ ਨੂੰ ਮਿਲ ਰਿਹਾ ਬਾਰਦਾਨੇ ਦੀ ਕਮੀ ਹੈ। ਬਾਰਦਾਨੇ ਦੀ ਕੋਈ ਕਮੀ ਨਹੀਂ। ਅਸੀਂ ਸਾਡੇ ਹੱਥ 'ਚ ਇਨ ਹੈਂਡਸ ਤਕਰੀਬਨ 50-55% ਬਾਰਦਾਨਾ ਸਾਡੇ ਕੋਲ ਹੈ। 30-35% ਬਾਰਦਾਨਾ ਟਰਾਂਸਪੋਰਟੇਸ਼ਨ 'ਚ ਹੈ ਜਿਹੜਾ ਲਗਾਤਾਰ ਪਹੁੰਚ ਰਿਹਾ ਸਾਡੇ ਕੋਲ। ਤੇ ਕੁਝ ਲਾਸਟ ਸਟੇਜਿਸ 'ਤੇ ਅਗਰ ਕੁਝ ਘਟੇਗਾ ਵੀ ਤਾਂ ਸਾਡਾ ਜਿਹੜਾ ਯੂਜ਼ਡ ਬਾਰਦਾਨੇ ਦਾ ਟੈਂਡਰ ਹੈ ਉਹ ਕੱਲ੍ਹ ਖੁੱਲ੍ਹ ਰਿਹਾ। ਉਹਦੇ ਨਾਲ ਅਸੀਂ ਆੜ੍ਹਤੀਆਂ ਨੂੰ ਹੀ ਇੰਪਾਵਰ ਕਰ ਦੇਣਾ ਵੀ ਫਟਾਫਟ ਯੂਜ਼ਡ ਬਾਰਦਾਨਾ ਵਰਤ ਕੇ ਸਾਰੀ ਫਸਲ ਪ੍ਰੋਕਿਉਰ ਕਰ ਲਓ। ਕਿਤੇ ਵੀ ਬਾਰਦਾਨੇ ਦੀ ਕੋਈ ਪ੍ਰੋਬਲਮ ਆਉਣ ਵਾਲੀ ਨਹੀਂ ਹੈ। ਥੋੜ੍ਹੀ ਜਿਹੀ ਐਂ ਲੱਗ ਰਿਹਾ ਸੀਗਾ ਏਜੰਸੀ ਟੂ ਏਜੰਸੀ ਸ਼ਾਇਦ ਕਿਸੇ ਏਜੰਸੀ ਕੋਲ ਘੱਟ ਹੈ ਔਰ ਕਿਸੇ ਕੋਲ ਜ਼ਿਆਦਾ ਹੈ। ਉਹ ਵੀ ਕੱਲ੍ਹ ਆਰਡਰ ਕਰ ਦਿੱਤੇ ਗਏ ਆ ਵੀ ਏਜੰਸੀਆਂ ਇੱਕ ਦੂਸਰੇ ਤੋਂ ਸ਼ੇਅਰ ਕਰ ਸਕਦੀਆਂ ਬਾਰਦਾਨਾ। ਆਉਣ ਵਾਲੇ ਟਾਈਮ 'ਚ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਅਕਾਲੀ ਦਲ ਦੇ ਸੀਨੀਅਰ ਲੀਡਰਸ ਨੇ, ਚਾਹੇ ਉਹ ਪ੍ਰੇਮ ਸਿੰਘ ਚੰਦੂਮਾਜਰਾ ਹੋਣ, ਦਲਜੀਤ ਸਿੰਘ ਚੀਮਾ ਹੋਣ, ਉਹ ਕਹਿ ਰਹੇ ਨੇ ਕਿ ਅਸੀਂ ਅਲੱਗ-ਅਲੱਗ ਮੰਡੀਆਂ ਦੇ ਵਿੱਚ ਦੌਰਾ ਕੀਤਾ ਤਾਂ ਉੱਥੇ ਦੇਖਿਆ ਬਾਰਦਾਨੇ ਦੀ ਕਮੀ ਹੈ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਪ੍ਰੋਕਿਉਰਮੈਂਟ ਪਹਿਲਾਂ ਤਾਂ 10 ਦਿਨ ਲੇਟ ਸ਼ੁਰੂ ਕੀਤੀ ਤੇ ਹੁਣ ਬਾਰਦਾਨੇ ਦੀ ਕਮੀ? ਕੋਈ ਬਾਰਦਾਨੇ ਦੀ ਕਮੀ ਨਹੀਂ ਹੈ। ਹਲੇ ਮੰਡੀਆਂ 'ਚ ਫਸਲ ਆ ਰਹੀ ਹੈ। ਕੱਲ੍ਹ 5.5 ਪੌਣੇ 6 ਲੱਖ ਮੀਟ੍ਰਿਕ ਟਨ ਫਸਲ ਕੱਲ੍ਹ ਆਈ ਹੈ ਜ਼ਿਆਦਾ। ਉਸ ਤੋਂ ਪਹਿਲਾਂ ਤਾਂ ਫਸਲ ਹੀ ਹੈ ਨਹੀਂ ਸੀਗੀ ਤੇ ਬਾਰਦਾਨੇ ਦੀ ਕਮੀ ਕਿੱਥੋਂ ਆਉਣੀ? ਤਾਂ ਥੋੜ੍ਹਾ ਇਹ ਵਹਿਮ ਫੈਲਾਇਆ ਜਾ ਰਿਹਾ ਜਿਹਦਾ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਔਰ ਆੜ੍ਹਤੀਆਂ ਨੂੰ ਕਹਾਂਗਾ ਕੋਈ ਬਾਰਦਾਨੇ ਦੀ ਪ੍ਰੋਬਲਮ ਨਹੀਂ ਹੈ। ਜਿੱਥੇ ਕੋਈ ਛੋਟੀ ਮੋਟੀ ਐਡੇ ਵੱਡਾ ਆਪਰੇਸ਼ਨ ਹੈ, ਕੋਈ ਮੁਸ਼ਕਿਲ ਆਏਗੀ, ਅਸੀਂ ਸਾਡੇ ਅਧਿਕਾਰੀ ਅਸੀਂ ਆਪ ਲੋਕ ਬੈਠੇ ਹਾਂ। ਸਾਰੇ MDs ਮੰਡੀਆਂ ਨੂੰ ਵਿਜ਼ਿਟ ਕਰ ਰਹੇ ਆ, ਸਾਡੇ ਸੈਕਟਰੀ ਸਾਹਿਬਾਨ ਜਾ ਰਹੇ ਆ, ਡਾਇਰੈਕਟਰ ਜਾ ਰਹੇ ਆ। ਮੈਂ ਖੁਦ ਆਪ ਮੰਡੀਆਂ ਦੇ ਵਿੱਚ ਫਿਰਦਾ, ਪਿਛਲੇ 4 ਦਿਨਾਂ ਦਾ ਮੰਡੀਆਂ 'ਚ ਹੀ ਰਿਹਾ। ਜਿੱਥੇ ਜਿੱਥੇ ਕਿਸੇ ਨੂੰ ਵੀ ਕੋਈ ਵਹਿਮ ਆਉਂਦਾ ਉਹ ਦੂਰ ਕਰਦੇ ਜਾਂਦੇ ਆ। FCI ਦਾ ਬਹੁਤ ਵੱਡਾ ਇਸ਼ੂ ਆ ਰਿਹਾ ਕਿਤੇ ਕਿਤੇ ਵੀ FCI ਵੱਲੋਂ ਖਰੀਦ ਨਹੀਂ ਕਰਨੀ। ਆੜ੍ਹਤੀ ਥੋੜ੍ਹੇ ਅੜੇ ਬੈਠੇ ਆ, ਉਹਨਾਂ ਦੇ ਉਹ ਲੈਂਡ ਰਿਕਾਰਡ ਮੰਗ ਰਹੇ ਸੀਗੇ, ਉਹ ਚਿੱਠੀ ਜਾਰੀ ਹੋ ਗਈ ਵੀ ਕੋਈ ਲੈਂਡ ਰਿਕਾਰਡ ਦੀ ਜ਼ਰੂਰਤ ਨਹੀਂ ਹੈ। ਅੱਗੇ ਉਹਨਾਂ ਨੂੰ ਖਦਸ਼ਾ ਸਾਡੀ ਪਤਾ ਨਹੀਂ ਕਮਿਸ਼ਨ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਉਹਨਾਂ ਨੇ ਕਲੈਰਿਟੀ ਕਰਤੀ ਵੀ ਕੋਈ ਪੈਸਾ ਨਹੀਂ ਕੱਟਿਆ ਜਾਏਗਾ ਕਿਸੇ ਦਾ। EPF ਦਾ ਇੱਕ ਇਸ਼ੂ ਹੈ, ਉਹ ਵੀ ਇੱਕ ਅੱਧੇ ਦਿਨ 'ਚ ਕਲੀਅਰ ਹੋ ਕੇ ਆ ਜਾਣਾ। ਜਦੋਂ 10 ਤਰੀਕ ਨੂੰ CM ਸਾਹਿਬ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਪ੍ਰੋਕਿਉਰਮੈਂਟ ਸ਼ੁਰੂ ਕਰਵਾਈ ਸੀਗੀ, ਉਹਨਾਂ ਨੇ ਆਪਣੀ ਹੜਤਾਲ ਵਾਪਸ ਲਈ ਸੀ। ਉਹਦੇ 'ਚ ਬਕਾਇਦਾ ਤੌਰ 'ਤੇ ਇਹ ਸਾਰੀਆਂ ਮੰਗਾਂ ਉਹਨਾਂ ਦੀਆਂ ਮੰਨੀਆਂ ਸੀਗੀਆਂ। ਉਦੋਂ GM FCI ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਵੀ ਕੋਈ ਮੁਸ਼ਕਿਲ ਕਿਸੇ ਨੂੰ ਆਉਣ ਨਹੀਂ ਦਿੱਤੀ ਜਾਣੀ ਚਾਹੀਦੀ। ਚਾਹੇ FCI ਸੈਂਟਰ ਦੇ ਥੱਲੇ ਹੈ, ਪਰ ਜਦੋਂ ਸਾਰੇ ਸਾਡੇ ਮੰਤਰੀਆਂ ਦਾ ਵਫਦ ਮਿਲਿਆ ਸੀ ਪਿਊਸ਼ ਗੋਇਲ ਜੀ ਨੂੰ, ਉਹ ਸਾਰੀਆਂ ਮੰਗਾਂ ਉੱਥੇ ਰੱਖੀਆਂ ਗਈਆਂ ਸੀਗੀਆਂ ਵੀ ਇਹਨਾਂ ਚੀਜ਼ਾਂ ਨਾਲ ਪ੍ਰੋਕਿਉਰਮੈਂਟ ਇਫੈਕਟ ਕਰ ਸਕਦੀ ਹੈ ਤੇ ਕਾਫੀ ਚੀਜ਼ਾਂ ਦੀ ਕਲੈਰਿਟੀ ਉਹਨਾਂ ਨੇ ਲੈ ਆਂਦੀ ਸੀਗੀ। ਪਰ ਹਾਂ, ਥੋੜ੍ਹੇ ਵਹਿਮ ਭਰਮ ਹੈ, ਇਸ ਕਰਕੇ ਤੁਹਾਡੀ ਵੀ ਬਹੁਤ ਜ਼ਰੂਰਤ ਹੈ ਵੀ ਉਹਨਾਂ ਦੇ ਮਨਾਂ 'ਚ ਜੇ ਕੋਈ ਵਹਿਮ ਹੈ ਉਹ ਦੂਰ ਕੀਤਾ ਜਾਵੇ। ਪ੍ਰੋਕਿਉਰਮੈਂਟ ਬੜੀ ਸਮੂਥ ਰਹੇਗੀ, ਸਟੈਗਰਡ ਵੇ ਨਾਲ ਰਹੇਗੀ। ਕੋਵਿਡ ਤੋਂ ਬਚਾਉਣ ਕਰਕੇ ਜਿਹੜੇ ਹੈਲਥ ਪ੍ਰੋਟੋਕੋਲਸ ਨੇ ਉਹ ਵੀ ਫਾਲੋ ਕੀਤੇ ਜਾਣਗੇ। ਮੰਡੀਆਂ ਦੀ ਤਾਦਾਦ ਵਧਾਉਣ ਦੇ ਨਾਲ ਉਹਨਾਂ 'ਚ ਅਰੇਂਜਮੈਂਟ ਵੀ ਕੀਤੇ ਗਏ ਨੇ। ਔਰ ਸਭ ਤੋਂ ਬੜੀ ਗੱਲ, ਬਾਰਦਾਨਾ ਸਾਡੇ ਕੋਲ ਸਫੀਸ਼ੀਐਂਟ ਹੈਗਾ, ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਏਗੀ। ਅੱਜ ਅਸੀਂ 10 ਲੱਖ ਦੇ ਕਰੀਬ ਪ੍ਰੋਕਿਉਰ ਕਰ ਚੁੱਕੇ ਹਾਂ। ਜੇ ਬਾਰਦਾਨਾ ਹੈਗਾ ਤਾਂ ਹੀ ਅਸੀਂ ਬੋਰੀਆਂ ਭਰ ਰਹੇ ਹਾਂ। ਉਹਦੇ 'ਚੋਂ ਲਿਫਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਤੁਸੀਂ 1-2 ਦਿਨ 'ਚ ਦੇਖੋਗੇ, ਤੁਹਾਨੂੰ ਕਿਤੇ ਵੀ ਕੋਈ ਮੁਸ਼ਕਿਲ ਲੱਗੇਗੀ ਨਹੀਂ। ਸਾਰਾ ਮੁੱਦਾ ਸੁਲਝ ਗਿਆ ਜਾਂ ਹਲੇ ਵੀ ਕਿਤੇ ਨਾ ਕਿਤੇ ਕੋਈ ਕਲੈਰਿਟੀ ਦੀ ਜ਼ਰੂਰਤ ਹੈ? ਜਿਵੇਂ ਤੁਸੀਂ ਖੁਦ ਵੀ ਦੱਸ ਰਹੇ ਹੋ ਕਿ FCI ਦੀ ਖਰੀਦ ਨਾਲ ਜੇ ਜੁੜੀ ਹੋਈ ਗੱਲ ਕੀਤੀ ਜਾਵੇ ਤਾਂ ਆੜ੍ਹਤੀ ਹਲੇ ਵੀ ਕਿਤੇ ਨਾ ਕਿਤੇ ਅੜੇ ਹੋਏ ਨੇ। ਉਹਨਾਂ ਦਾ ਬੜਾ ਡਰ ਵਾਜਬ ਹੈ ਕਿਉਂਕਿ FCI ਨੇ ਪਿਛਲੇ ਕੁਝ ਸਾਲਾਂ 'ਚ ਉਹਨਾਂ ਨਾਲ ਥੋੜ੍ਹਾ ਜਿਹਾ ਇਸ ਤਰੀਕੇ ਦਾ ਵਤੀਰਾ ਕਰਿਆ ਹੋਇਆ। ਉਹਨਾਂ ਨੂੰ ਕਮਿਸ਼ਨ ਲੇਟ ਮਿਲਣੀ, ਉਹਨਾਂ ਦੇ ਜਿਹੜੇ ਲੋਡਿੰਗ ਅਨਲੋਡਿੰਗ ਚਾਰਜਿਸ ਸੀਗੇ ਉਹਨਾਂ 'ਚ ਕੱਟਸ ਲੱਗਣੇ। 70% ਪੇਮੈਂਟ ਕੀਤੀ, 30% ਰਹਿ ਗਈ। ਉਹ ਕੋਸ਼ਿਸ਼ ਕੀਤਾ ਗਿਆ EPF ਇਸ਼ੂ ਨੂੰ ਖ਼ਤਮ ਕਰਕੇ ਪਿਛਲੀ ਵੀ ਪੇਮੈਂਟ ਦਿਲਵਾਈ ਜਾਏ ਤੇ ਅੱਗੋਂ ਵੀ ਉਹਨਾਂ ਦੀ 100% ਪੇਮੈਂਟ ਉਹਨਾਂ ਨੂੰ ਮਿਲੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗਵਰਨਮੈਂਟ ਆਪ ਨਜ਼ਰਸਾਨੀ ਕਰਦੀ ਪਈ ਹੈ। CM ਸਾਹਿਬ ਆਪ ਨਜ਼ਰ ਰੱਖਦੇ ਆ, ਮੀਟਿੰਗਸ ਲੈਂਦੇ ਆ। ਸਾਰਾ ਸਟਾਫ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ, DCs, SDMs, ਸਾਡੇ ਪ੍ਰੋਕਿਉਰਿੰਗ ਏਜੰਸੀਜ਼ ਦੇ MDs
ਡੀਐਮਜ਼ ਉਹ ਸਭ ਮੰਡੀਆਂ 'ਚ ਹੈ। ਕਿਤੇ ਵੀ ਕੋਈ ਮੁਸ਼ਕਿਲ ਆਏਗੀ ਇੱਕੋ ਦਮ ਅਸੀਂ ਉਹਨਾਂ ਨੂੰ ਅਫਸਰਾਂ ਨੂੰ ਉੱਥੇ ਭੇਜ ਕੇ ਉਹਨੂੰ ਹੱਲ ਕਰਾਂਗੇ। ਅਗਰ ਕਿਸੇ ਵੀ ਮੰਡੀ 'ਚ ਆ ਜਾਂਦੀ ਹੈ, ਕਿਉਂਕਿ ਮੰਡੀਆਂ ਦੀ ਤਾਦਾਦ 3500 ਤੋਂ ਉੱਤੇ ਹੈ, ਕਿਤੇ ਵੀ ਕੋਈ ਮੁਸ਼ਕਿਲ ਛੋਟੀ ਮੋਟੀ ਆ ਸਕਦੀ ਹੈ, ਪਰ ਸਾਰਾ ਅਮਲਾ ਬਿਲਕੁਲ ਤਿਆਰ ਬੈਠਾ, ਕਿਤੇ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਏਗੀ ਔਰ ਬੜੀ ਪ੍ਰੋਕਿਉਰਮੈਂਟ ਹੈਸਲ ਫ੍ਰੀ ਹੋਏਗੀ। ਅੱਜ ਕੋਈ ਵੀ ਕੁਝ ਕਹਿੰਦਾ ਰਹੇ, ਕਿਉਂਕਿ ਪਿਛਲੇ ਕੋਵਿਡ ਦੇ ਦੌਰਾਨ ਵੀ ਬਹੁਤ ਗੱਲਾਂ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨੇ ਕਹੀਆਂ ਸੀਗੀਆਂ, ਪਰ ਐਂਡ ਆਫ ਦਾ ਡੇ ਉਸ ਪ੍ਰੋਕਿਉਰਮੈਂਟ ਨੂੰ ਇਕੱਲੇ ਪੰਜਾਬ ਹਿੰਦੁਸਤਾਨ ਨੇ, ਸਾਰੀ ਦੁਨੀਆ ਨੇ ਸਹਿਲਾਇਆ ਸੀ ਵੀ ਐਡਾ ਵੱਡਾ ਆਪਰੇਸ਼ਨ ਡਿਊਰਿੰਗ ਲਾਕਡਾਊਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਕੀਤਾ। ਔਰ ਮੈਂ ਤੁਹਾਨੂੰ ਯਕੀਨ ਦਿਲਵਾਉਣਾ, ਚਾਹੇ ਕੋਵਿਡ ਦਾ ਸਰਜ ਬਹੁਤ ਜ਼ਿਆਦਾ ਆ, ਇਸ ਵਾਰੀ ਵੀ ਪ੍ਰੋਕਿਉਰਮੈਂਟ ਬੜੀ ਹੈਸਲ ਫ੍ਰੀ ਰਹੇਗੀ, ਨਿਰਵਿਘਨ ਰਹੇਗੀ, ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਇੱਕ ਇੱਕ ਦਾਣਾ ਚੁੱਕਿਆ ਜਾਏਗਾ, ਉਹਦੀ ਪੇਮੈਂਟ ਕੀਤੀ ਜਾਏਗੀ, ਕਿਸੇ ਨੂੰ ਮੰਡੀਆਂ 'ਚ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਕੋਵਿਡ ਦੀ ਤੁਸੀਂ ਗੱਲ ਕੀਤੀ ਹੈ, ਸਾਰੇ ਇੰਤਜ਼ਾਮ ਮੰਡੀਆਂ ਦੇ ਵਿੱਚ ਕੀਤੇ ਹੋਏ ਨੇ, ਹਰ ਜਗ੍ਹਾ ਤੇ ਦੌਰਾ ਜਿਹੜਾ ਕੀਤਾ ਜਾ ਰਿਹਾ, ਪ੍ਰਸ਼ਾਸਨ ਨੂੰ ਕਿਹਾ ਹੋਇਆ ਹੈ ਕਿ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਦੌਰਾ ਕਰਦੇ ਰਹੇ। ਬਿਲਕੁਲ, ਸਾਰੇ ਸਾਡੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ, ਚਾਹੇ ਮੰਡੀਆਂ ਦੀ ਗਿਣਤੀ ਵਧਾਈ ਗਈ, ਉਹਨਾਂ 'ਚ ਇੰਤਜ਼ਾਮ ਵੀ ਪੂਰੇ ਕੀਤੇ ਨੇ। ਸੋਸ਼ਲ ਡਿਸਟੈਂਸ ਕਿਵੇਂ ਮੇਨਟੇਨ ਕਰਨਾ ਹੈ, ਪਾਸਿਸ ਦਾ ਇੰਤਜ਼ਾਮ ਕਿਵੇਂ ਕਰਨਾ ਹੈ, ਉੱਥੇ ਸੈਨੀਟਾਈਜ਼ਰ ਦਾ ਇੰਤਜ਼ਾਮ ਹੋਵੇ, ਜੇ ਕਿਤੇ ਬੰਦੇ ਵੱਧਦੇ ਆ ਉਹਨਾਂ ਵਾਸਤੇ ਮਾਸਕਸ ਦਾ ਇੰਤਜ਼ਾਮ ਹੋਵੇ, ਸਾਰਾ ਇੰਤਜ਼ਾਮ ਉੱਥੇ ਉਹਨਾਂ ਨੇ ਕਰਕੇ ਰੱਖਿਆ ਹੋਇਆ ਹੈ। ਔਰ ਹੁਣ ਤਾਂ ਸਾਡੀ ਤੁਹਾਡੇ ਰਾਹੀਂ ਅਪੀਲ ਹੈ ਸਾਰੇ ਕਿਸਾਨ ਭਰਾਵਾਂ ਨੂੰ ਵੀ ਬਿਲਕੁਲ ਪਾਸਿਸ ਲੈ ਕੇ ਸਟੈਗਰਡ ਵੇ ਨਾਲ ਵਾਰੀ ਆਓ, ਤੁਹਾਡੀ ਸਾਰੀ ਫਸਲ ਇੱਕ ਇੱਕ ਦਾਣਾ ਚੱਕਿਆ ਜਾਏਗਾ। ਕਾਲ ਨਹੀਂ ਕਰੋਗੇ ਉਹਨੇ 'ਚ ਤੁਹਾਡੇ ਪਰਿਵਾਰਾਂ ਦੀਆਂ, ਤੁਹਾਡੇ ਸਮਾਜ ਦੀਆਂ ਜਾਨਾਂ ਉਨੀਆਂ ਹੀ ਸੇਫ ਰਹਿਣਗੀਆਂ। ਡੀਬੀਟੀ ਨੂੰ ਲੈ ਕੇ ਹੁਣ ਸਾਰੀ ਕਲੈਰਿਟੀ ਆ ਗਈ ਜਾਂ ਫਿਰ ਹਾਲੇ ਵੀ ਕੋਈ ਨਾ ਕੋਈ ਸਸਪੈਂਸ ਬਰਕਰਾਰ ਹੈ? ਕਿਉਂਕਿ ਪਿਊਸ਼ ਗੋਇਲ ਜੀ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਠੇਕੇ ਤੇ ਵੀ ਲੈ ਰੱਖੀ ਹੈ ਜ਼ਮੀਨਾਂ, ਉਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਪੇਮੈਂਟ ਕੀਤੀ ਜਾਏਗੀ। ਹੁਣ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ ਜਾਂ ਫਿਰ ਦੋਵਾਂ ਦਾ ਕਮਿਸ਼ਨ ਜਿਹੜਾ ਹੈ, ਆੜਤੀਆਂ ਦਾ ਕਮਿਸ਼ਨ ਸਾਈਡ ਤੇ ਰੱਖਿਆ ਜਾ ਰਿਹਾ? ਸਭ ਕੁਝ ਠੀਕ ਹੈ। ਜਿਹੜਾ ਲੈਂਡ ਰਿਕਾਰਡ ਵਾਲਾ ਇਸ਼ੂ ਹੈ ਉਹ ਤਾਂ ਡੈਫਰ ਹੀ ਕਰ ਦਿੱਤਾ ਗਿਆ ਹੈ। ਇਹ ਸਾਰਾ ਕੁਝ ਜਿਵੇਂ ਸਿਸਟਮ ਚੱਲੀ ਜਾ ਰਿਹਾ ਸੀ ਉਵੇਂ ਹੈ। ਲੈਂਡ ਰਿਕਾਰਡਸ ਦੇ ਇਸ਼ੂ ਤੇ ਵੀ ਜਿਹੜਾ ਕਾਸ਼ਤ ਕਰੇਗਾ ਪੇਮੈਂਟ ਉਹਨੂੰ ਹੀ ਮਿਲੇਗੀ, ਕੋਈ ਕਿਸੇ ਦੇ ਮਨ 'ਚ ਖਦਸ਼ਾ ਨਹੀਂ ਰਹਿਣਾ ਚਾਹੀਦਾ, ਪਰ ਉਹ ਅੱਜ ਇਸ਼ੂ ਹੈ ਨਹੀਂ। ਅੱਜ ਜਿਹੜਾ ਡੀਬੀਟੀ ਤੇ ਸੀਗਾ, ਨਵਾਂ ਪੋਰਟਲ ਅਸੀਂ ਕਰਿਆ ਸੀਗਾ, ਉਹਦੇ ਵਾਸਤੇ ਮਾਸਟਰ ਟ੍ਰੇਨਰ ਤਿਆਰ ਕਰਕੇ ਅਸੀਂ ਸਾਰੇ ਡਿਸਟ੍ਰਿਕਾਂ 'ਚ ਭੇਜ ਦਿੱਤੇ ਹੋਏ ਆ। ਜਿੱਥੇ ਆੜਤੀ ਸਾਹਿਬਾਨ ਜਾਂਦੇ ਆ ਉਹਨਾਂ ਨੂੰ ਡੈਮੋ ਦਿੱਤਾ ਜਾਂਦਾ, ਟ੍ਰੇਨ ਕੀਤਾ ਜਾਂਦਾ। ਇਸ ਕਰਕੇ ਪੇਮੈਂਟ ਇਨੀਸ਼ੀਅਲੀ 2-3 ਦਿਨ ਸਲੋ ਰਹੇਗੀ। ਉਸ ਤੋਂ ਬਾਅਦ ਜਦੋਂ ਸਾਰੇ ਉਸ ਪੋਰਟਲ ਦੇ ਵਿੱਚ ਸਾਰੇ ਜਾਣਕਾਰ ਹੋ ਗਏ, ਉਹਨਾਂ ਦੇ ਮੁਨੀਮ ਅੱਗੋਂ ਜਾਣਕਾਰ ਹੋ ਗਏ, ਤਾਂ ਫਿਰ ਪੇਮੈਂਟ ਲਗਾਤਾਰ ਸਾਰੀ ਅਸੀਂ ਕਲੀਅਰ ਕਰ ਦੇਣੀ। ਤੇ ਕਹਿ ਸਕਦੇ ਡੀਬੀਟੀ ਲਾਗੂ ਕਰ ਦਿੱਤਾ ਤੁਸੀਂ ਪੰਜਾਬ ਦੇ ਵਿੱਚ? ਜਿਹੜਾ ਸਾਡਾ ਸਿਸਟਮ ਹੈ, ਅਸੀਂ ਡੀਬੀਟੀ ਡਾਇਰੈਕਟ ਪੇਮੈਂਟ ਕੀਤੀ ਹੈ, ਪਰ ਨਾਲ ਆੜਤੀਆਂ ਨੂੰ ਵਿੱਚ ਰੈਲੇਵੈਂਟ ਰੱਖਿਆ। ਇਸ ਕਰਕੇ ਆੜਤੀਆਂ ਨੂੰ ਅਸੀਂ ਟ੍ਰੇਨਡ ਕਰਦੇ ਜਾ ਰਹੇ ਹਾਂ, ਜਿੱਥੇ ਪ੍ਰੋਕਿਉਰਮੈਂਟ ਹੋਈ ਜਾ ਰਹੀ ਹੈ ਤੇ ਉਹਨਾਂ ਦੇ ਬਿਲਸ ਲੱਗਣੇ ਨੇ। ਪਰ ਭੂਸ਼ਣ ਆਸ਼ੂ ਜੀ, ਅਕਾਲੀ ਦਲ ਦੇ ਲੀਡਰਸ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਸ ਹੋਣ, ਉਹ ਕਹਿੰਦੇ ਨੇ ਕਿ ਕਾਂਗਰਸ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਅਸੀਂ ਡੀਬੀਟੀ ਲਾਗੂ ਕਰ ਦਾਂਗੇ। ਪਹਿਲਾਂ ਹੀ ਉਹਨਾਂ ਵੱਲੋਂ ਲੈਟਰ ਲਿਖੇ ਗਏ ਸੀਗੇ ਕਿ ਅਸੀਂ ਬਾਅਦ ਚ ਅਗਲੇ ਸਾਲ ਕਰ ਦਾਂਗੇ। ਉਹ ਕਹਿੰਦੇ ਉਹ ਤਾਂ ਪਹਿਲਾਂ ਹੀ ਜਿਹੜੇ ਝੁਕ ਗਏ ਸੀ ਕੇਂਦਰ ਦੇ ਅੱਗੇ, ਆਪਣੀਆਂ ਦਲੀਲਾਂ ਸਹੀ ਤਰ੍ਹਾਂ ਨਹੀਂ ਰੱਖ ਪਾਏ। ਇਹ ਸਾਰੀਆਂ ਬੇਮਾਨੀ ਗੱਲਾਂ। ਜਿੰਨੀ ਲੜਾਈ ਪੰਜਾਬ ਲੜਦਾ ਹੈ ਇਸ ਸਿਸਟਮ ਨੂੰ ਰੱਖਣ ਵਾਸਤੇ, ਉਹਦਾ ਹੀ ਨਤੀਜਾ ਹੁੰਦਾ। ਇੱਥੇ ਦੀ ਪ੍ਰੋਕਿਉਰਮੈਂਟ ਸਭ ਤੋਂ ਬਿਹਤਰ ਹੁੰਦੀ ਹੈ ਪੰਜਾਬ ਦੀ, ਔਰ ਪੰਜਾਬ ਦੀ ਪ੍ਰੋਕਿਉਰਮੈਂਟ ਇਸ ਵਾਰੀ ਵੀ ਬਿਹਤਰ ਹੋਵੇ। ਕੈਪਟਨ ਅਮਰਿੰਦਰ ਸਿੰਘ ਜੀ ਤੇ ਉਹਦੀ ਸਰਕਾਰ ਹਮੇਸ਼ਾ ਜਿਹੜੇ ਵੀ ਇਸ਼ੂ ਰੈਲੇਵੈਂਟ ਹੁੰਦੇ ਆ ਉਹਨੂੰ ਪ੍ਰੋਪਰਲੀ ਹੈਂਡਲ ਕਰਦੀ ਹੈ। ਚਾਹੇ ਡੀਬੀਟੀ ਦਾ ਇਸ਼ੂ ਹੋਵੇ, ਜੋ ਉਹ ਚਾਹੁੰਦੇ ਸੀਗੇ ਔਰ ਜੋ ਸਟੇਟ ਗਵਰਨਮੈਂਟ ਚਾਹੁੰਦੀ ਹੈ, ਅਸੀਂ ਕੋਈ ਉਹਦਾ ਵਿਚਾਲੜਾ ਰਸਤਾ ਲੱਭਿਆ ਕਿਸਾਨਾਂ ਦੇ ਨਾਲ। ਆੜਤੀਆਂ ਨੂੰ ਵਿੱਚ ਸਿਸਟਮ ਦੇ ਕਿਸ ਤਰੀਕੇ ਰੈਲੇਵੈਂਟ ਰੱਖਣਾ ਉਹ ਵੀ ਰੱਖਿਆ, ਤੇ ਜਿਹੜੀ ਕੇਂਦਰ ਸਰਕਾਰ ਦੀ ਇੰਸਟਰਕਸ਼ਨ ਸੀਗੀ ਉਹਨੂੰ ਵੀ ਫਾਲੋ ਕਰਵਾਇਆ, ਤਾਂ ਕਿ ਸਾਡੀ ਜਿਹੜੀ ਪ੍ਰੋਕਿਉਰਮੈਂਟ ਆ ਉਹ ਕਿਸੇ ਤਰੀਕੇ ਉਹਦੇ 'ਚ ਕੋਈ ਰੁਕਾਵਟ ਨਾ ਪਵੇ। ਤੇ ਅੱਜ ਸਿਸਟਮ ਸਾਰਾ ਠੀਕ ਚੱਲਦਾ ਹੈ, ਤਾਂ ਉਹਦੇ ਵਿੱਚੋਂ ਵੀ ਨਗੋਚਾਂ। ਅੱਜ ਬਾਰਦਾਨਾ ਹੈ ਨਹੀਂ, ਪਿਛਲੇ ਸਾਲ ਵੀ ਕਹਿੰਦੇ ਸੀ ਹਲੇ 2 ਦਿਨਾਂ ਬਾਅਦ ਕਹਿਣਗੇ ਤੁਹਾਨੂੰ ਪੇਮੈਂਟ ਵੀ ਹੈ ਨਹੀਂ, ਸਾਡੇ ਕੋਲ CCL ਹੈ, ਅਸੀਂ ਉਹ ਸਾਰੀ ਦੇ ਦੇਣੀ ਹੈ। 4 ਦਿਨਾਂ ਬਾਅਦ ਤੁਸੀਂ ਮੇਰੇ ਕੋਲ ਫਿਰ ਦੁਬਾਰਾ ਇੰਟਰਵਿਊ ਲੈਣ ਆਓਗੇ ਜੀ, ਲਿਫਟਿੰਗ ਪ੍ਰੋਪਰ ਨਹੀਂ, ਗਲਤ ਹੋ ਗਏ। ਪਰ ਸਿਸਟਮ ਬੜਾ ਨਿਰਵਿਘਨ ਚੱਲੇਗਾ। ਫਸਲ ਬੜੀ ਕਿਸਾਨਾਂ ਦੀ ਮਿਹਨਤ ਵਾਲੀ ਤਿਆਰ ਖੜੀ ਹੈ। ਹੋ ਸਕਦਾ ਹੈ ਕਿਸਾਨ ਇੱਕੋ ਦਮ ਜਲਦਬਾਜ਼ੀ 'ਚ ਫਸਲ ਲਿਆਉਣੀ ਚਾਹੁੰਦੇ ਹੋਣ। ਸਰਕਾਰ ਦਾ ਮੋਟਿਵ ਹੈ ਕੋਵਿਡ ਕਰਕੇ ਵਾਰੀ ਸਾਰੇ ਲੈ ਕੇ ਆਉਣ, ਪਰ ਕਿਸੇ ਦਾ ਵੀ ਕੋਈ ਵੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ। ਇੱਕ ਦਾਣਾ ਚੱਕਿਆ ਜਾਏਗਾ। ਸਿਰਫ ਕੋਵਿਡ ਦੀਆਂ ਇੰਸਟਰਕਸ਼ਨਸ ਨੂੰ ਤੁਹਾਡੇ ਰਾਹੀਂ ਮੈਂ ਅਪੀਲ ਕਰੂੰਗਾ, ਫਾਲੋ ਜ਼ਰੂਰ ਕਰੋ। ਅਸੀਂ ਕਿਸੇ ਨੂੰ ਵੀ ਮੁਸ਼ਕਿਲ ਚ ਆਉਣ ਨਹੀਂ ਦੇਵਾਂਗੇ। ਪਹਿਲਾਂ ਬਾਹਰ ਤੋਂ ਆਏ ਹੋਏ ਟਰੱਕ ਵੀ ਫੜੇ ਗਏ ਸੀਗੇ, ਰਾਜਸਥਾਨ ਤੋਂ, ਬਿਹਾਰ ਤੋਂ। ਹੁਣ ਵੀ ਅਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ, ਜਾਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਨਿਗਰਾਨੀ ਰੱਖੀ ਜਾ ਰਹੀ ਹੈ?
ਬੜੀ ਜ਼ੀਰੋ ਟੋਲਰੈਂਸ ਹੈ ਇਸ ਗੱਲ ਤੇ। ਸਾਡੀ ਸਾਰੀ ਪੁਲਿਸ ਨੂੰ, ਪ੍ਰੋਕਿਊਰਿੰਗ ਏਜੰਸੀਜ਼ ਦੇ ਜਿੰਨੇ ਸਾਡੇ ਅਫੀਸ਼ੀਅਲਸ ਨੇ, ਉਹਨਾਂ ਨੂੰ, ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਬਹੁਤ ਕਲੀਅਰ ਇੰਸਟਰਕਸ਼ਨ ਹੈ, ਇਹੋ ਜਿਹਾ ਕੋਈ ਵੀ ਮੂਵਮੈਂਟ ਆ ਉਹਨੂੰ ਇੱਕੋਦਮ ਪਕੜਨਾ ਹੈ ਤੇ ਉਹਦੇ ਤੇ ਪਰਚਾ ਰਜਿਸਟਰ ਕਰਨਾ ਹੈ ਤੇ ਉਹਨਾਂ ਦਾ ਜਿਹੜਾ ਮਾਲ ਹੈ ਉਹ ਜ਼ਬਤ ਕਰਨਾ ਹੈ। ਇਹਦੇ 'ਚ ਸ਼ੁਰੂਆਤੀ ਦੌਰ 'ਚ ਹੀ ਅਸੀਂ 2-3 ਜਗ੍ਹਾ ਤੇ ਪਕੜਿਆ ਤੇ ਇਸ ਸਿਸਟਮ ਨੂੰ ਠੱਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੱਲ ਰਾਤ ਨੂੰ ਵੀ ਪਤਾ ਚੱਲ ਰਿਹਾ ਸੀਗਾ ਲੁਧਿਆਣੇ ਲਾਗੇ ਕੋਈ ਮੂਵਮੈਂਟ ਹੋਈ ਹੈ, ਉਹ ਵੀ ਚੈੱਕ ਕੀਤੀ ਗਈ ਹੈ ਤੇ ਅੱਜ ਉਹਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਤੇ ਵੀ FIR ਰਜਿਸਟਰ ਹੋ ਜਾਏਗੀ। ਬਿਲਕੁਲ ਜ਼ੀਰੋ ਟੋਲਰੈਂਸ ਹੈ, ਇਹੋ ਜਿਹਾ ਕੋਈ ਵੀ ਬੰਦਾ ਬਾਹਰੋਂ ਆਉਣ ਨਹੀਂ ਦਿੱਤਾ ਜਾਏਗਾ ਜਿਹੜਾ ਇਲੀਗਲ ਇੱਥੇ ਟ੍ਰੇਡ ਕਰਦਾ ਹੋਵੇ। ਪ੍ਰੋਕਿਊਰਮੈਂਟ ਲੇਟ ਸ਼ੁਰੂ ਕੀਤੀ, ਇਸ ਨੂੰ ਲੈ ਕੇ ਕੀ ਕਾਰਨ ਹੈ? ਕਿਉਂਕਿ ਜਿਹੜੇ ਵਿਰੋਧੀ ਧਿਰ ਦੇ ਲੀਡਰਸ ਨੇ ਉਹ ਕਹਿ ਰਹੇ ਨੇ ਕਿ ਜਾਣਬੁੱਝ ਕੇ ਸਰਕਾਰ ਨੇ ਅਜਿਹਾ ਕੀਤਾ ਹੈ ਤਾਂ ਕਿ ਜਿਹੜਾ ਬਾਹਰ ਤੋਂ ਕੋਈ ਟਰੱਕ ਭਰ ਕੇ ਆਣੇ ਉਹ ਆ ਜਾਣ। ਨਹੀਂ, ਬੇਕਾਰ ਦੀਆਂ ਗੱਲਾਂ, ਕੁਝ ਵੀ ਨਹੀਂ। ਕਿਸਾਨ ਜਥੇਬੰਦੀਆਂ ਆਪ ਬੜੀਆਂ ਜਾਗਰੂਕ ਨੇ, ਉਹ ਇਹੋ ਜਿਹਾ ਕੋਈ ਵੀ ਟਰੱਕ ਬਿਲਕੁਲ ਮੂਵ ਹੀ ਨਹੀਂ ਹੋਣ ਦਿੰਦੀਆਂ ਔਰ ਅਸੀਂ ਚਾਹੁੰਦੇ ਹਾਂ ਹੋਵੇ ਵੀ ਨਾ। ਇਹ ਸਰਕਾਰ ਨੇ ਐਂ ਕਰ ਦਿੱਤਾ, ਉਹ ਕਰਤਾ। ਸਰਕਾਰ ਆਪਣੇ ਆਪਰੇਸ਼ਨ ਕਦੀ ਫੇਲ ਨਹੀਂ ਕਰਦੀ ਹੁੰਦੀ। ਸਭ ਜਗ੍ਹਾ ਸਾਰੀਆਂ ਏਜੰਸੀਜ਼, ਸਾਰੇ ਪੁਲਿਸ, ਮੰਡੀ ਬੋਰਡ ਸਭ ਨੂੰ ਹਦਾਇਤਾਂ ਨੇ ਔਰ ਅੱਜ ਦੀਆਂ ਨਹੀਂ, ਪਹਿਲਾਂ ਤੋਂ ਹੀ ਹਦਾਇਤਾਂ, ਕੋਈ ਇਹੋ ਜਿਹੀ ਮੂਵਮੈਂਟ ਹੋਵੇ ਨਾ। ਤੇ ਦੂਸਰਾ, ਜਿੱਥੇ ਕਿਤੇ ਹੋਣ ਦੀ ਕੋਸ਼ਿਸ਼ ਵੀ ਹੁੰਦੀ ਆ ਉਹਨੂੰ ਇਮੀਡੀਏਟ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਂਦਾ ਹੈ। ਅੱਜ ਦੀ ਤਰੀਕ 'ਚ ਮੇਰਾ ਖਿਆਲ ਨਹੀਂ ਵੀ ਕਿਤੇ ਕੋਈ ਗੱਲ ਇਹੋ ਜਿਹੀ ਹੋਵੇ। ਹਾਂ, ਆਪੋਜੀਸ਼ਨ ਦਾ ਕੰਮ ਆ, ਉਹਨਾਂ ਨੇ, ਉਹ ਵਾਚ ਡੌਗ ਨੇ, ਉਹਨਾਂ ਨੇ ਕੋਈ ਨਾ ਕੋਈ ਗੱਲਾਂ ਇਹੋ ਜਿਹੀਆਂ ਪਕੜਨੀਆਂ ਜਿਹਦੇ 'ਚ ਸਰਕਾਰਾਂ ਦਾ ਕੋਈ ਨੁਕਸ ਹੋਵੇ ਤੇ ਅਸੀਂ ਵੈਲਕਮ ਕਰਦੇ ਹਾਂ। ਅਸੀਂ ਆਪਣੇ ਨੁਕਸ ਸੁਧਾਰਨ ਨਹੀਂ ਬੈਠੇ ਹਾਂ। ਅਗਰ ਕਿਤੇ ਕਮਜ਼ੋਰੀ ਕੋਈ ਲੱਗਦੀ ਹੋਏਗੀ ਸਾਡੀ ਨਜ਼ਰ 'ਚ, ਚਾਹੇ ਉਹ ਚੰਗੇ ਸ਼ਹਿਰੀ ਬਣ ਕੇ ਲਿਆਉਣ, ਚਾਹੇ ਆਪੋਜੀਸ਼ਨ ਦਾ ਫਰਜ਼ ਅਦਾ ਕਰਨ, ਅਸੀਂ ਉਹਨਾਂ ਦੀਆਂ ਚੰਗੀਆਂ ਗੱਲਾਂ ਤੇ ਵੀ ਅਮਲ ਕਰਾਂਗੇ।